एक माँ ने अपनी ही दो बेटियों की जान ली। दुआ फातिमा ਨੂੰ ਲਾਇਆ ਉਹਦਾ ਵੀ ਇਸੇ ਤਰ੍ਹਾਂ ਸੀ ਮਾਰ ਲਿਆ ਕਿ ਉਹਨਾਂ ਦੇ ਹੱਥ पैर मसले। ईमान को मम्मा इतना मारी, माँ ना बाहर ज़मीन पे लेटी हुई थी, ना मम्मा ने ना उसे सोटों से और मारा था। बिल्कुल ਤੁਹਾਡੇ ਸਾਹਮਣੇ ਬੈਠ ਵੀ ਰਹੀ ਸੀ, ਉੱਠ ਵੀ ਰਹੀ ਸੀ। ਖਾ ਵੀ ਰਹੀ ਸੀ ਤੇ ਪੀ ਵੀ ਰਹੀ ਸੀ, ਨਹਾ ਕੱਪੜੇ ਬਦਲ ਸਾਰਾ, ਉਹਨੂੰ ਪਤਾ ਹੀ ਨਹੀਂ ਕਿ ਮੇਰੀਆਂ ਬੇਟੀਆਂ ਮਰੀਆਂ ਜੀ। ਉਹਨਾਂ ਦੇ ਮੋਰੇ ਹੱਥ ਵੀ ਬੰਨੇ ਸੀ ਵੀ ਇਹਨੂੰ ਤੁਸੀਂ ਆਪਣੇ ਘਰ ਲੈ ਜਾਓ, ਸਾਡੀ ਜਾਨ ਛੱਡੋ। पुलिस का तामुन आपके साथ कैसा है? ਸਾਨੂੰ ਚੁੱਪ ਕਰਾਇਆ ਜਾ ਰਿਹਾ, ਸਾਡੇ ਪ੍ਰੈਸ਼ਰ ਪਾਇਆ ਜਾ ਰਿਹਾ, ਸਾਡੀ ਸੁਣਦੇ ਕੋਈ ਨਹੀਂ जी। MYK न्यूज की वीडियोस देखने के लिए हमारा चैनल सब्सक्राइब कीजिए। क़यामत खुद बताएगी क़यामत क्यों ज़रूरी थी। आज मैं जिस घर में मौजूद हूँ, यहाँ पर आज से कुछ दिन पहले खुशियाँ ही खुशियाँ थी। इस घर में क़यामत बरपा हुई है और ऐसी क़यामत बरपा हुई है कि सुनकर इंसान के रोंगटे खड़े हो जाए। एक माँ ने अपनी ही दो बेटियों की जान ले ली और इतनी बेदर्दी और इतनी बेरहमी के साथ अपनी ही बच्चियों को एक माँ ने क्यों मारा। मेरे साथ उन बच्चियों का लाचार बेबस बाप मौजूद है, इसी से जानते हैं। बहुत ज़्यादा अफसोस हुआ कि आपके साथ इतना बड़ा जुल्म हुआ। अब आपकी बीवी ने आपकी बेटियों को मार दिया, यानी कि अपनी सगी बेटियों को मार दिया। ऐसी क्या वजह हो गई, ऐसी क्या लड़ाई हो गई कि माँ ने अपनी ही बेटियों को मार दिया। ਬਾਜੀ ਸਾਡੀ ਮੀਆਂ ਬੀਵੀ ਦੀ ਕੋਈ ਲੜਾਈ ਨਹੀਂ ਸੀ। ਮੇਰੀ ਬੇਗਮ ਦੀ ਆਪਣੇ ਪੇਕਿਆਂ ਨਾਲ, ਆਪਣੀ ਭੈਣਾਂ ਭਰਾਵਾਂ ਨਾਲ ਲੜਾਈ ਸੀ। ਉਹਦੀ ਜਿਹੜੀ ਛੋਟੀ ਭੈਣ ਹੈ 1 ਸਾਲ ਤੋਂ, ਯਾਨੀ ਕਿ ਉਹ ਮਾਂ ਨੂੰ ਭੈਣਾਂ ਨਾਲ ਭਰਾਵਾਂ ਨਾਲ ਮਿਲਣ ਦੇ ਰਹੀ ਸੀ। ਜਦੋਂ ਜਾਂਦੇ ਸੀ ਮਿਲਣ, ਅੱਗੋਂ ਦਰਵਾਜ਼ਾ ਬੰਦ ਕੀਤਾ ਹੁੰਦਾ, ਦਰਵਾਜ਼ਾ ਨਹੀਂ ਸੀ ਖੋਲ੍ਹਦੀ ਹੁੰਦੀ। ਉਹਦਾ ਕਰਕੇ ਬੇਗਮ ਮੇਰੀ ਨੇ ਮੇਰੀਆਂ ਬੇਟੀਆਂ ਤੇ ਗੁੱਸਾ ਕਰਿਆ ਜੀ। 1 ਮਹੀਨੇ ਤੋਂ ਵਾਰਨਿੰਗ ਦੇ ਰਹੀ ਸੀ ਕਿ ਮੈਂ ਬੱਚੀਆਂ ਮਾਰ ਦੇਣੀਆਂ, ਮੈਂ ਬੱਚੀਆਂ ਮਾਰ ਦੇਣੀਆਂ। ਮੈਂ ਉਹਨੂੰ ਲੈ ਕੇ ਉਹਦੇ ਪੇਕਿਆਂ ਦੇ ਗਿਆ, ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਇਸ ਤਰ੍ਹਾਂ ਕਹਿ ਰਹੀ ਹੈ ਵੀ ਮੈਂ ਬੱਚੀਆਂ ਮਾਰ ਦੇਣੀਆਂ। ਮੇਰਾ ਸਾਲਾ ਮੁਹੰਮਦ ਰਮਜ਼ਾਨ, ਸਾਲੀ ਮੇਰੀ ਸਹਿਰ ਬਾਨੋ, ਸੱਸ ਮੇਰੀ ਰਹਿਮਤ ਬੀਬੀ, ਇਹਨਾਂ ਤਿੰਨਾਂ ਨੂੰ ਮੈਂ ਦੱਸਿਆ। ਉਹਨਾਂ ਨੇ ਸਾਡੀ ਕੋਈ ਗੱਲ ਨਾ ਸੁਣੀ। ਉਹਨਾਂ ਨੇ समझाया नहीं अपनी बेटी ਨੂੰ। ਉਹਨਾਂ ਨੇ ਪੁੱਛਿਆ ਕੋਈ ਦੁੱਖ ਤਕਲੀਫ, ਤੈਨੂੰ ਕੋਈ ਮਾਰਦਾ ਕੁੱਟਦਾ? ਕਹਿੰਦੀ ਕੋਈ ਨਹੀਂ, ਤੂੰ ਕਿਉਂ ਇੱਦਾਂ ਕਰਦੀ ਹੈ? ਪਰ ਖਾਮੋਸ਼ ਰਹੀ, ਕੋਈ ਗੱਲ ਨਹੀਂ ਉੱਤੇ ਕੀਤੀ ਕਰਕੇ। ਉਹਨਾਂ ਨੇ ਸਾਨੂੰ ਤੋਂ ਕਿਹਾ ਜਾਓ ਤੁਸੀਂ ਤੁਹਾਡੇ ਘਰ ਦਾ ਮਾਮਲਾ ਆਪਸ ਵਿੱਚ ਨਿਬੇੜੋ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਇਹਨੂੰ ਇੱਥੇ ਰੱਖ ਲਓ, ਬੱਚੇ ਮੈਂ ਲੈਦਾ ਰੱਖ ਲੈਣਾ, ਕਿਤੇ ਬੱਚਿਆਂ ਨੂੰ ਮਾਰ ਨਾ ਦੇਵੇ ਜਾਂ ਆਪਣੇ ਆਪ ਨੂੰ ਕੁਛ ਨਾ ਕਰ ਲਵੇ ਜਾਂ ਮੈਨੂੰ ਨਾ ਮਾਰ ਦੇਵੇ। ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ, ਸਾਨੂੰ ਤੋਂ ਘਰੋਂ ਕੱਢ ਦਿੱਤਾ ਜੀ। ਤੁਹਾਡੇ ਨਾਲ ਵੀ ਲੜਾਈ ਝਗੜਾ ਰਹਿੰਦਾ ਸੀ? ਮੇਰੇ ਨਾਲ ਮੇਰੀ ਬੇਗਮ ਦਾ ਕੋਈ ਲੜਾਈ ਝਗੜਾ ਨਹੀਂ ਸੀ ਜੀ। ਤੁਹਾਨੂੰ ਕੁਝ ਨਹੀਂ ਸੀ ਕਹਿੰਦੇ? ਮੇਰੇ ਨਾਲ ਕੋਈ ਨਹੀਂ ਸੀ ਕਰਦੀ। ਤੇ ਬੱਚਿਆਂ ਨੂੰ ਵੈਸੇ ਮਾਰਦੀ ਕੁੱਟਦੀ ਸੀ ਨਾਰਮਲੀ, ਆਮ ਜਦੋਂ ਦੇ ਬੱਚੇ ਹੋਏ ਨੇ? ਬੱਚਿਆਂ ਨੂੰ ਕੁੱਟਦੀ ਫੈਂਟਦੀ ਰਹਿੰਦੀ ਸੀ। ਜਦੋਂ ਮੈਂ ਕੰਮ ਤੇ ਚੱਲ ਜਾਂਦਾ, ਬੱਚਿਆਂ ਨੂੰ ਫੈਂਟਾ ਝਾੜਦੀ ਸੀ। ਦਾਦੀ ਘਰ ਨਹੀਂ ਸੀ ਜਾਣ ਦਿੰਦੀ ਜੀ। ਮਤਲਬ ਇਹ ਰੰਜ ਸੀ ਉਹਨੂੰ ਆਪਣੇ ਬੱਚਿਆਂ ਨਾਲ ਕਿ ਦਾਦਕਿਆਂ ਦੇ ਨੇੜੇ ਨਹੀਂ ਹੋਣਾ ਤੁਸੀਂ? ਇਹ ਜਾਣ ਦਿੰਦੇ ਸੀਗੇ ਦਾਦਕਿਆਂ ਦੇ। ਕਿੰਨੀ ਉਮਰ ਸੀ ਤੁਹਾਡੀਆਂ ਬੱਚਿਆਂ ਦੀ ਤੇ ਕਿੰਨੇ ਬੱਚੇ ਨੇ ਤੁਹਾਡੇ? ਮੇਰੇ 3 ਬੱਚੇ ਆ ਜੀ। ਛੋਟੀ ਬੇਟੀ ਦੀ ਉਮਰ 4 ਸਾਲ ਆ, ਵੱਡੀ ਦੀ 7 ਸਾਲ ਆ ਤੇ ਬੇਟੇ 9 ਸਾਲ ਦਾ ਜੀ। ਤੇ ਬੇਟੇ ਨੂੰ ਨਹੀਂ ਮਾਰਿਆ, ਬੇਟੀਆਂ ਦੋਨਾਂ ਨੂੰ ਮਾਰ ਦਿੱਤਾ? ਬੇਟਾ ਦਾਦੀ ਦੇ ਘਰ ਸੀਗਾ ਜੀ, ਸ਼ਾਇਦ ਬੇਟੇ ਨੂੰ ਵੀ ਮਾਰ ਦਿੰਦੀ ਉਹ। इतना क़यामत सोच ये वाक़या है कि मेरे पास अल्फाज नहीं है कि मैं इस वाक़े पे आगे सवाल क्या करूं या इसको मैं बयान कैसे करूं। पुलिस का तामुन आपके साथ कैसा है? ਕਾਨੂੰਨੀ ਕਾਰਵਾਈ 14 ਅਗਸਤ ਦਾ ਵਾਕਿਆ ਬਾਜੀ। ਇਹ 19 ਤਰੀਕ ਨੂੰ ਕਾਲਾਂ ਕਰਕੇ ਅਰੈਸਟ ਕਰਵਾਇਆ। ਤਫਤੀਸ਼ੀ ਆਂਦਾ ਸੀ, ਗੇੜਾ ਮਾਰਦਾ ਸੀ, ਚਲੇ ਜਾਂਦਾ ਸੀ, ਆਂਦਾ ਸੀ, ਗੇੜਾ ਮਾਰਦਾ ਸੀ, ਚਲੇ ਜਾਂਦਾ ਸੀ। ਮੈਡੀਕਲ ਰਿਪੋਰਟ ਆਏ, ਫਿਰ ਗ੍ਰਿਫਤਾਰ ਕਰਦੇ ਆ। ਮੈਡੀਕਲ ਰਿਪੋਰਟ ਆਏ ਜਿੱਦਣ ਬਾਜੀ 19 ਤਰੀਕ ਨੂੰ ਮੈਡੀਕਲ ਰਿਪੋਰਟ ਆ ਗਈ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਵੀ ਜਾਣੀ ਕਿ 10:30 11 ਵਜੇ ਕਾਲਾਂ ਕਰਕੇ ਸਾਡਾ ਜਿਹੜਾ ਤਫਤੀਸ਼ੀ ਅਫਸਰ ਆ ਜੀ ਸ਼ਬੀਰ ਸਾਹਿਬ, ਥਾਣਾ ਰਜਾਣਾ ਸਰ, ਉਹਨੇ ਕਾਲ ਕੀਤੀ ਮੈਡਮ। ਉਹ ਕਹਿੰਦਾ ਮੈਂ ਤੇਰੇ ਬਾਪ ਦਾ ਨੌਕਰ ਆ ਜੀ। ਮੇਰੇ ਭਾਈ ਨਾਲ ਬਦਤਮੀਜ਼ੀ ਕੀਤੀ ਉਹਨੇ। ਸਾਨੂੰ ਇਨਸਾਫ ਚਾਹੀਦਾ ਸੀ। ਸਾਨੂੰ ਚੁੱਪ ਕਰਾਇਆ ਜਾ ਰਿਹਾ, ਸਾਡੇ ਪ੍ਰੈਸ਼ਰ ਪਾਇਆ ਜਾ ਰਿਹਾ, ਸਾਡੀ ਸੁਣਦੇ ਕੋਈ नहीं जी। आप मुझे ये बताएं कि जिस वक्त आपकी बेटियों को आपकी बीवी ने मारा है, आप उस वक्त कहाँ पे थे? बाजी मैं गांव में ना, वो बाहरले बाजार में काम कर रहा था। मैं सुबह 7 बजे बेटियों को नाश्ता करवा के, घर वालों ने नाश्ता किया, नाश्ता करके काम पे चला गया। मैं उधर इस टाइम 6-6:30 बजे वापस ये आया। ਤੁਹਾਡੀ ਰੋਜ਼ ਦੀ ਰੂਟੀਨ ਸੀ? ਕਿੰਨੇ ਵਜੇ ਵਾਪਸ ਆਉਂਦੇ? ਮੇਰੀ ਰੋਜ਼ ਦੀ ਰੂਟੀਨ 7 ਵੀ ਵੱਜ ਜਾਂਦੇ ਸੀ ਬਾਜੀ, ਜੋ ਦੂਰ ਕੰਮ ਤੇ ਜਾਂਦਾ ਸੀ। ਤੇ ਜਦੋਂ ਤੁਸੀਂ ਘਰ ਆਏ ਤੁਹਾਡੀਆਂ ਬੇਟੀਆਂ ਕਿੱਥੇ ਸੀ ਉਸ ਟਾਈਮ? ਜਦੋਂ ਮੈਂ ਘਰ ਆਉਣਾ, ਡੇਲੀ ਮੇਰੀ ਛੋਟੀ ਬੱਚੀ ਦਰਵਾਜ਼ਾ ਖੋਲ੍ਹਦੀ ਸੀ। ਉਸ ਦਿਨ ਮੇਰੀ ਬੱਚੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਮੇਰਾ ਬੇਟਾ ਗੁੰਮਸੁੰਮ ਹੋ ਕੇ ਦਰਵਾਜ਼ੇ ਦੇ ਕੋਲ ਬੈਠਾ ਸੀ। ਬੇਟੇ ਨੂੰ ਪੁੱਛਿਆ ਕਿੱਥੇ ਆ ਭੈਣਾ? ਕਹਿੰਦਾ ਪਾਪਾ ਅੰਦਰ ਲੇਟੀਆਂ ਹੋਈਆਂ। ਸਾਹਮਣੇ ਮੰਜੇ ਤੇ ਦੁਆ ਫਾਤਿਮਾ ਲੇਟੀ ਹੋਈ ਸੀ, ਨਾਲ ਹੀ ਮਾਨ ਫਾਤਿਮਾ। ਬੇਟਾ ਮੇਰਾ ਉੱਤੇ ਬੈਠਾ ਸੀ, ਬੇਗਮ ਮੇਰੀ ਤੇ ਚਾਰਪਾਈ ਤੇ ਲੇਟੀ ਹੋਈ ਸੀ। ਬੇਟੀਆਂ ਨੂੰ ਹਿਲਾਇਆ ਜੁਲਾਇਆ, ਆਵਾਜ਼ਾਂ ਮਾਰੀਆਂ, ਬੇਟੀਆਂ ਨੇ ਨਾ ਸੁਣੀ। ਇਮਾਨ ਫਾਤਿਮਾ ਨੂੰ ਜਦੋਂ ਮੈਂ ਜਾ ਕੇ ਹਿਲਾਇਆ ਜ਼ੋਰ ਨਾਲ, ਤੇ ਉਹਦਾ ਪੂਰਾ ਵਜੂਦ ਆਕੜਿਆ ਹੋਇਆ ਸੀਗਾ ਜੀ। ਦੁਆ ਫਾਤਿਮਾ ਨੂੰ ਹਿਲਾਇਆ, ਉਹਦਾ ਵੀ ਇਸੇ ਤਰ੍ਹਾਂ ਸੀ ਮਾਰ ਲਿਆ ਕਿ ਉਹਨਾਂ ਦੇ ਹੱਥ ਪੈਰ ਮਸਲੇ।
ਉਹਨਾਂ ਦੇ ਪੂੰਝ ਪਾਣੀ ਪਾਇਆ, ਉਹਨਾਂ ਦੇ ਹਲਕ 'ਚੋਂ ਪਾਣੀ ਥੱਲੇ ਨਹੀਂ ਸੀ ਜਾ ਰਿਹਾ। बेगम कितने सी उस टाइम? ਬੇਗਮ ਇੱਥੇ ਬਾਹਰ ਲੇਟੀ ਹੋਈ ਸੀ, लेटी सी आराम से? ਆਰਾਮ ਨਾਲ ਲੇਟੀ ਹੋਈ ਸੀ। ਜਦੋਂ ਮੈਂ ਆਪਣੀ ਵਾਲਦਾ ਨੂੰ ਆਵਾਜ਼ ਦਿੱਤੀ, ਪੜੋਸੀਆਂ ਨੂੰ ਆਵਾਜ਼ ਦਿੱਤੀ, ਦਰਵਾਜ਼ਾ ਬੱਚੇ ਨੇ ਦਰਵਾਜ਼ਾ ਖੋਲ੍ਹਿਆ, ਬੱਚਾ ਵੀ ਰੋਣ ਲੱਗ ਗਿਆ। ਮੈਂ ਖਾਮੀ ਮੇਰੀਆਂ ਬੱਚੀਆਂ ਮਰ ਗਈਆਂ। ਪੜੋਸੀ ਆਏ, ਸਾਰੇ ਆਏ, ਸਾਡੇ ਹਮਸਾਏ ਨੇ 11 ਵਜੇ ਤੱਕ ਗੱਲ ਕੀਤੀ। ਸਾਰੇ ਪੜੋਸੀਆਂ ਨੂੰ ਕਹਿੰਦੀ ਮੈਂ ਮਾਰੀਆਂ ਮੇਰੀਆਂ ਬੱਚੀਆਂ इतराफे जुर्म कर लिया मौके पे? ਕਰ ਲਈਆਂ ਮੌਕੇ ਤੇ, ਪੂਰੇ ਪਿੰਡ ਦੇ ਸਾਹਮਣੇ ਉਹਨੇ ਕੀਤਾ। मौके पे पुलिस नहीं आई? ਨਹੀਂ ਆਈ ਜੀ, ਘੰਟਾ ਡੇਢ ਬਾਅਦ ਚ ਆਈ ਆ। ਆ ਕੇ ਪੁੱਛ ਦੱਸ ਕਰਕੇ ਵਾਪਸ ਚਲੇ ਗਏ ਜੀ। ਗ੍ਰਿਫਤਾਰ ਫੇਰ ਵੀ ਨਹੀਂ ਕੀਤਾ ਜੀ। ਇੱਥੇ ਹੀ ਸੀ ਉਸ ਟਾਈਮ? ਉਹ 14 ਅਗਸਤ ਤੋਂ ਲੈ ਕੇ 19 ਤਰੀਕ ਤੱਕ ਇੱਥੇ ਹੀ ਸੀਗੀ ਜੀ। ਮਤਲਬ ਬਿਲਕੁਲ ਤੁਹਾਡੇ ਸਾਹਮਣੇ ਬੈਠ ਵੀ ਰਹੀ ਸੀ, ਉੱਠ ਵੀ ਰਹੀ ਸੀ, ਖਾ ਵੀ ਰਹੀ ਸੀ ਤੇ ਪੀ ਵੀ ਰਹੀ ਸੀ, ਨਹਾ ਕੱਪੜੇ ਬਦਲ ਸਾਰਾ। ਉਹਨੂੰ ਪਤਾ ਹੀ ਨਹੀਂ ਕਿ ਮੇਰੀਆਂ ਬੇਟੀਆਂ ਮਰੀਆਂ ਜੀ। ਜਿੱਦਣ ਮੈਂ ਬੇਟੀਆਂ ਨੂੰ ਲੈ ਕੇ ਹਸਪੀਟਲ ਪਹੁੰਚਿਆ, ਉੱਥੇ ਡਾਕਟਰ ਇਹਨਾਂ ਨੇ ਲੋਕਾਂ ਨੇ ਅਖਬਾਰ ਪਲਾਤੀ ਕਿ ਕਰੰਟ ਲੱਗਾ। ਉਹ ਡਾਕਟਰ ਨੇ ਚੈੱਕਅਪ ਕੀਤਾ, ਕਹਿੰਦਾ ਬੱਚੀਆਂ ਦਾ ਗਲਾ ਦਬਾਇਆ ਗਿਆ। ਰੈਸਕਿਊ ਦਾ ਅਫੀਸਰ ਸੀ, ਉਹਨੇ ਚੈੱਕ ਕੀਤਾ, ਕਹਿੰਦਾ ਗਲਾ ਦਬਾਇਆ ਗਿਆ। ਡੀਐਸਪੀ ਸਦਰ ਆਇਆ, ਉਹਨੇ ਕਿਹਾ ਬੇਟਾ ਬੱਚੀਆਂ ਦਾ ਕਤਲ ਹੋਇਆ। ਤੈਨੂੰ ਕਿਸੇ ਦਾ ਸ਼ੱਕ? ਮੈਂ ਕਿਹਾ ਜੀ ਮੇਰੀ ਬੇਗਮ ਤੋਂ ਇਲਾਵਾ ਸਾਡੇ ਘਰ ਕੋਈ ਨਹੀਂ ਹੈਗਾ ਜੀ। ਡੀਐਸਪੀ ਨੇ ਕਿਹਾ ਬੱਚਾ ਇਹਦਾ ਮੁਦਈ ਬਣ ਜਾ, ਨਹੀਂ ਤੇ ਮੈਂ ਮੁਦਈ ਬਣ ਕੇ ਮੁਕੱਦਮਾ ਕਰਾਂਗਾ ਜੀ। ਉਹਦਾ ਐਫਆਈਆਰ ਉਹਨਾਂ ਨੇ ਇੱਥੇ ਲਿਖ ਕੇ ਬੱਚੀਆਂ ਦੇ ਪੋਸਟਮਾਸਟਰ ਨੇ ਸਾਨੂੰ ਡੀਐਚਕਿਊ 'ਚ ਭੇਜ ਦਿੱਤਾ। ਤੁਸੀਂ ਦੁਬਾਰਾ ਡੀਐਸਪੀ ਦੇ ਪੇਸ਼ ਨਹੀਂ ਹੋਏ? ਹੋਏ ਸੀਗੇ ਡੀਐਸਪੀ ਦੇ ਪੇਜ ਜੀ। ਉਹਨਾਂ ਨੇ ਗ੍ਰਿਫਤਾਰੀ ਦਾ ਆਰਡਰ ਦਿੱਤਾ ਤੇ ਸਬ ਇੰਸਪੈਕਟਰ ਨੇ ਫਿਰ ਵੀ ਉਹਨਾਂ ਦੇ ਆਰਡਰ ਤੋਂ ਬਾਅਦ ਵੀ ਗ੍ਰਿਫਤਾਰ ਨਹੀਂ ਕੀਤਾ ਜੀ। ਤੇ ਤੁਹਾਨੂੰ ਕੀ ਵਜ੍ਹਾ ਲੱਗਦੀ ਹੈ ਕਿ ਜਦੋਂ ਉਹਨੇ ਇਤਰਾਫੇ ਜੁਰਮ ਕਰ ਲਿਆ ਸੀ ਤੇ ਸਬ ਇੰਸਪੈਕਟਰ ਨੇ ਕਿਉਂ ਗ੍ਰਿਫਤਾਰੀ ਨਹੀਂ ਕੀਤੀ? ਇਹ ਹੁਣ ਉਹਨਾਂ ਦੇ ਹਾਲ ਉਹਨਾਂ ਨੂੰ ਮਾਲੂਮ ਹੈ ਜੀ, ਅਸੀਂ ਤਾਂ ਕੁਛ ਹੀ ਕਹਿ ਸਕਦੇ। ਸਾਡੇ ਤੇ ਜਾਣੀ ਕਿ ਸਾਡੇ ਪਿੰਡ ਦੇ ਜਿਹੜੇ ਸੀਨੀਅਰ ਬੰਦੇ ਆ ਤਗੜੇ, ਉਹਨਾਂ ਨੂੰ ਕਹਿ ਕੇ ਜਾਣੀ ਕਿ ਮੇਰੇ ਸਸੁਰਾਲ ਵਾਲਿਆਂ ਨੇ ਕਿਹਾ ਜੀ ਇਹਨੂੰ ਮਾਫ ਕਰ ਦਿਓ। ਮੇਰੇ ਵੱਡੇ ਭਾਈ ਦੇ ਪੈਰ ਫੜੇ, ਸਾਰਾ ਟੱਬਰ ਮੇਰੇ ਪੈਰ ਫੜਦਾ, ਕਹਿੰਦਾ ਅੱਲਾ ਦੇ ਨਾਂ ਤੇ ਸਾਡੀ ਭੈਣ ਨੂੰ ਮਾਫ ਕਰ ਦੇ, ਇਹਨੂੰ ਫਾਂਸੀ ਹੋ ਜਾਣੀ ਹੈ ਜਾਂ ਇਹਨੂੰ ਸਜ਼ਾ ਹੋ ਜਾਣੀ ਹੈ, ਇਹਨੂੰ ਮਾਫ ਕਰ ਦੇ ਜੀ। उस औरत को माफ़ कर दो जिसने इसका हंसता बसता घर उजाड़ दिया। भाई उसकी नफ्सियाती मसले थे तो उसको डॉक्टर को दिखाना चाहिए था। वो घर वाले जो अब उसकी माफ़ी के लिए तरले कर रहे हैं, अगर उसके नफ्सियाती मसले थे, अगर उसको कोई इस तरह का मसला था तो उसे डॉक्टरों को दिखाते, या कोई और रंजिश थी तो अपनी बेटी संभालते, लेकिन इस बेचारे मासूम इंसान का घर जो है वो ना उजाड़ते। यहाँ पर अहले इलाका भी मौजूद है, थोड़ी इनसे भी बात करते हैं कि ये क्या कहते हैं इस वाक़े के बारे में। ये वाक़या आप लोगों की आंखों के सामने हुआ है? जी मुझे पता आप चला। इस भाई को भी जानते हैं? जी मैं बचपन से इसको मैंने खिलाया हुआ है, मेरे हमसाए थे। फ़िलहाल मैं दूसरे साइड पे चला गया हूँ। वहाँ मुझे पता चला तो मैं वहाँ से भाग के घर आया हूँ। तो मैंने यहाँ देखा तो उस वक्त एम्बुलेंस आई खड़ी थी, उसमें बच्चियाँ वगैरह हम डाल के हम फौरी तौर पे ले गए हैं हॉस्पिटल में। आप क्या समझते हैं कि ये जो वाक़या है मियाँ बीवी की लड़ाई की वजह से पेश आया है, औरत नफ्सियाती थी, आखिर क्या वजह बनी है कि ये वाक़या इस पूरे इलाके के लिए एक स्याह तरीन दिन था? बिल्कुल ऐसे ही है, बिल्कुल ऐसा ही है। ये इसमें कोई शक नहीं है कि बहुत बुरा वाक़या हुआ है, बहुत अफसोसनाक वाक़या हुआ है। लेकिन उसकी वजह ये है कि इनका आपस में तो कोई ऐसा रंजिश नहीं थी, खाने पीने का कोई प्रॉब्लम नहीं था, किसी किस्म की कोई दिक्कत नहीं थी। दिक्कत कोई होती, कोई मसला मसाइल होते तो फिर तो ये आपस में कोई होता, लेकिन ये उनका कोई आपस में घरेलू, इनका जो ससुराल वाले हैं उनका कोई मसला था जिसकी वजह से ये हुआ। तो अब आप लोग इसके साथ खड़े हुए हैं कि इसे इंसाफ मिलना चाहिए? मैं इनके साथ हूँ, मैं तो हर वक्त इनके साथ रहता हूँ, हॉस्पिटल से लेकर अभी तक जितने जहाँ भी जाते हैं मैं साथ ही होता हूँ। अच्छा, पोस्टमार्टम की रिपोर्ट ਤੁਹਾਨੂੰ ਮਿਲ ਗਈ ਹੈ? ਪੋਸਟਮਾਰਟਮ ਦੀ ਰਿਪੋਰਟ ਮਿਲ ਗਈ ਹੈ ਬਾਜੀ। ਉਹਦੇ ਵਿੱਚ ਬੜੀ ਬੇਟੀ ਦਾ ਗਲਾ ਦਬਾਇਆ ਗਿਆ, ਛੋਟੀ ਬੇਟੀ ਦੀ ਗਲੇ ਦੀ ਹੱਡੀ ਤੋੜੀ ਗਈ ਆ। ਦੋਨਾਂ ਬੇਟੀਆਂ ਜਿੱਦਾਂ ਉਹਨੇ ਇਤਰਾਫੇ ਜੁਰਮ ਕੀਤਾ ਸੀ ਉਸੇ ਤਰ੍ਹਾਂ ਹੀ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਬਾਜੀ ਆਇਆ। ਤੁਹਾਨੂੰ ਕਿਸੇ ਜਗ੍ਹਾ ਤੇ ਲੱਗਦਾ ਹੈ ਕਿ ਹੋ ਸਕਦਾ ਉਹਦੇ ਨਾਲ ਕੋਈ ਨਫਸੀਆਤੀ ਮਸਲਾ ਚੱਲ ਰਿਹਾ ਹੋਵੇ, ਕੋਈ ਉਹਦਾ ਜ਼ਿਹਨੀ ਤਵਾਜ਼ਨ ਦਰੁਸਤ ਨਾ ਹੋਵੇ? ਬਾਜੀ ਉਹਦੀਆਂ ਹਰ ਜਗ੍ਹਾ ਤੋਂ ਮੈਂ 9 ਮਹੀਨੇ ਤੋਂ ਉਹਦੀ ਦਵਾਈ ਲੈ ਰਿਹਾ। ਉਹਦੀ ਕੋਈ ਵੀ ਬਿਮਾਰੀ ਉਹਨੂੰ ਨਹੀਂ ਹੈਗੀ ਕਿਸੇ ਕਿਸਮ ਦੀ ਬਾਜੀ। ਬਸ ਉਹਨੇ ਖਾ ਲਿਆ ਪੀ ਲਿਆ ਮੰਜਾ ਮੱਲਿਆ ਹੋਇਆ। ਅਗਰ ਉਹ ਨਫਸੀਆਤੀ ਮਰੀਜ਼ ਹੁੰਦੀ, ਉਹਦੀਆਂ ਬੇਟੀਆਂ ਮਰੀਆਂ ਪਈਆਂ ਸੀ ਬਾਜੀ ਘਰ। ਮੈਂ ਡੀਐਚਕਿਊ ਦੇ ਵਿੱਚ ਬੇਟੀਆਂ ਦਾ ਪੋਸਟਮਾਰਟਮ ਕਰਾਉਣ ਵਾਸਤੇ ਗਿਆ ਹੋਇਆ ਤੇ ਵਾਪਸੀ ਤੇ ਉਹਨੇ ਘਰ ਦੇ ਵਿੱਚੋਂ ਜ਼ੇਵਰ ਤੇ 35,000 ਰੁਪਏ ਚੱਕ ਕੇ ਆਪਣੀ ਛੋਟੀ ਭੈਣ ਨੂੰ ਦੇ ਦਿੱਤਾ ਕਿ ਇੱਥੋਂ ਲੈ ਜਾ, ਜੇ ਮੈਨੂੰ ਸਜ਼ਾ ਹੋ ਗਈ ਤੇ ਇਹ ਚੱਕ ਕੇ ਖਾ ਲੈਣਗੇ ਪੈਸੇ ਜੀ। ਉਹ ਮੇਰੀ ਬੇਟੀਆਂ ਦਾ ਜ਼ੇਵਰ ਸੀ ਤੇ ਬੇਟੀਆਂ ਦੇ ਪੈਸੇ ਸੀਗੇ ਜੀ। ਬਾਅਦ ਦੇ ਵਿੱਚ ਮੈਂ ਪੁੱਛਿਆ ਉਹਨਾਂ ਨੂੰ ਖਤਮ ਵਾਲੇ ਦਿਨ, ਮੈਂ ਕਿਹਾ ਇਹ ਕੀ ਹੋਇਆ? ਕਹਿੰਦੇ ਤੇਰੀ ਅਮਾਨਤ ਆ ਸਾਡੇ ਕੋਲ, ਅਗਰ ਸਾਡੀ ਭੈਣ ਨੂੰ ਅੱਲਾ ਦੇ ਰਾਹ ਤੇ ਮਾਫ ਕਰ ਦੇਂਗਾ ਤੇ ਤੈਨੂੰ ਵਾਪਸ ਕਰ ਦਾਂਗੇ, ਜੇ ਨਾ ਕੀਤੇ ਅਸੀਂ ਤੈਨੂੰ ਵਾਪਸ ਨਹੀਂ ਕਰਨੇ ਜੀ। ਇਹ ਗੱਲ ਤੁਸੀਂ ਪੁਲਿਸ ਨੂੰ ਦੱਸੀ ਹੈਗੀ ਵੀ ਤੁਹਾਨੂੰ ਉਹਨਾਂ ਨੇ ਇਹ ਕਿਹਾ ਹੈਗਾ? ਪੁਲਿਸ ਨੂੰ ਕੱਲ
ਐਪਲੀਕੇਸ਼ਨ ਦਿੱਤੀ ਹੈ ਜੀ ਡਕੈਤੀ ਦੀ ਵੀ ਇੱਦਾਂ ਦਾ ਵਾਰਦਾਤ ਹੋਈ। ਤਫਤੀਸ਼ੀ ਨੇ ਫੜ ਕੇ ਰੱਖ ਲਿਆ, ਕਹਿੰਦਾ ਜੀ ਜੁਮੇ ਵਾਲੇ ਦਿਨ 5 ਵਜੇ ਉਹਨਾਂ ਨੂੰ ਸੱਦਾਂਗੇ ਤੇ ਸੱਦ ਕੇ ਪੁੱਛ-ਦੱਸ ਕਰਾਂਗੇ ਜੀ। नाजरीन, मेरे साथ ये छोटा सा बच्चा मौजूद है जिसकी माँ ने अपनी बेटियों को मारा है, यानी इसकी बहनों को, और ये बच्चा इस वक्त किस कर्ब से, किस कैफियत से गुजर रहा है, आप अंदाज़ा लगा सकते हैं कि इतने छोटे से बच्चे के जहन पर क्या असर पड़ा होगा। क्या नाम है आपका? सारिफी, कितने साल के हो? 9 साल के। स्कूल जाते हो? अच्छा, मुझे ये बताओ कि आपकी बहनों के क्या नाम थे? इमा फातिमा, दवा फातिमा। प्यार करते थे बहनों से? और अम्मी प्यार करती थी? नहीं किसी से भी नहीं करती? नहीं आपसे तो करती होंगी, आपसे भी नहीं करती? नहीं, मारती थी जब अब्बू घर पे नहीं होते थे? मारती थी बहनों को। बहनों को मारती थी, आपको नहीं मारती? नहीं, उस दिन क्या हुआ था जिस दिन आपकी बहनें फौत हुई? उस दिन सुबह पापा रोटी खिला के ना काम पे गए। मैं फिर हमने ना दुकान से चीज़ लेके सुपारी लेके ना फिर ना ईमान को मम्मा ने इतना मारी। माँ ना बाहर ज़मीन पे लेटी हुई थी ना, मम्मा ने ना उसे सोटों से और मारा था। तो फिर ना यहाँ ईमान लोग अम्मी का गए थे, फिर मम्मा कहने से ईमान होना इतने सद के लेके तू उधर चल जा। ये ना मैं अम्मी घर यानी दादो घर? फिर ना ईमान लोगों ने सुन लिया था कि ये दुआ करती। मैंने मम्मा के पास वो दोनों गई, तो मैं जब आया 4 बजे मेरी दादी ने कहा था कि ना मम्मा को जाके कहो कि बहनों की जो सी रूह है उनके कानों में छाले मने थे, उनके कान में रूह पा के उनको नहलाए। मैंने मम्मा को उन्हें नहलाया। मम्मा का जेवर सार सोना पैसे दराज में पड़े थे, मम्मा ने चाबी चोरी की थी। फिर मम्मा को उठा, मैं कहा मम्मा इनको उठा लो, मम्मा नहीं उठा रही थी। मैं जब पापा आए, पापा ने देखा, पापा रोने लगा, मम्मा बैठी हंस रही थी। जब पापा अस्पताल गए थे ना, तब ना मम्मा सार जेवर सोना ना दे दिया अपने। जब ना मम्मा नानू घर जाती थी तो ठीक हो जाती, जब यहाँ आती थी पापा को तंग करती थी कि मुझे रोटियाँ पका दो। तो फिर ना ऐसा हुआ था कि ना मामू ने तो आंटियाँ ने फ़ोन किया था कि अपनी तियां पुत्ता नु मार के ना इतने सार जेवर सोना ले आ। मामू ने कहा था? मामू और आंटियों ने कहा था। हाँ, किस मामू ने कहा था? क्या नाम है उसका? मामू रमजान, आंटी बानो और आंटी सुगरा, तेना आंटी कुबरा, बस इन लोगों ने कहा था। मेरे साथ उन बच्चियों की दादी मौजूद है। ਤੁਹਾਡੇ ਪੁੱਤਰ ਦੀ ਸ਼ਾਦੀ ਨੂੰ ਕਿੰਨੇ ਸਾਲ ਹੋ ਗਏ ਨੇ? 9 ਸਾਲ ਹੋ ਗਏ ਬੇਟਾ, 10ਵਾਂ ਸਾਲ ਲੱਗ ਗਿਆ। 10ਵਾਂ ਸਾਲ। ਤੇ ਰਿਸ਼ਤੇਦਾਰਾਂ ਚੋਂ ਲੈ ਕੇ ਆਏ ਸੀ ਨੂੰ? ਨਹੀਂ ਜੀ ਬੇਟਾ, 11 ਚੋਂ ਲਿਆਂਦੀ ਆ। ਤੇ ਕੀ ਲੜਾਈ ਹੁੰਦੀ ਸੀ, ਕੀ ਰੰਜਿਸ਼ ਸੀ, ਕੀ ਤਨਾਜ਼ਾ ਸੀ? ਬੇਟਾ ਖਾਣਾ ਖਾਤੀ ਸੀ, ਖਾ ਕੇ ਅੰਦਰ ਵੜ ਕੇ ਬੂਹਾ ਲਾ ਕੇ ਉਹਨੇ ਪੈ ਜਾਣਾ। ਜਾਂ ਬੇਟਾ ਬਾਹਰ ਮਜ਼ਦੂਰੀ ਤੋਂ ਆਉਂਦਾ ਸੀ, ਮੈਂ ਖਾਣਾ ਪਕਾਉਂਦੀ ਸੀ, ਖਾ ਲੈਂਦੀ ਤਾਂ ਖਾ ਕੇ ਫੇਰ ਪੈ ਜਾਂਦੀ ਸੀ। ਉਹਦੀ ਮਾਂ ਨੂੰ, ਉਹਦੀਆਂ ਭੈਣਾਂ ਨੂੰ, ਸਾਰਿਆਂ ਨੂੰ ਦੱਸਿਆ ਨਹੀਂ, ਕਿਸੇ ਨੇ ਸਾਡੀ ਗੱਲ 9 ਸਾਲ ਹੋ ਗਏ ਇਸੇ ਤਰ੍ਹਾਂ ਕੰਮ ਨੂੰ ਸੀ ਕਰਦਾ। ਕਿੰਨੇ ਦਿਨਾਂ ਤੋਂ ਅਲੱਗਾ ਰਹਿੰਦੀ ਸੀ? ਆ ਘਰ ਵੱਖਰੇ ਆ, ਕੰਧ ਹੋਈ ਆ ਵਿੱਚ? ਕਿੰਨੇ ਦਿਨਾਂ ਤੋਂ? ਸਾਲ ਹੋ ਗਏ। 7 ਸਾਲ, ਯਾਨੀ ਸਾਲ 2 ਸਾਲ ਤੁਹਾਡੇ ਨਾਲ? ਹਾਂਜੀ। ਤੇ ਇਹਨਾਂ ਦੀ ਮੀਆਂ ਬੀਵੀ ਦੀ ਆਪਸ 'ਚ ਲੜਾਈ ਹੁੰਦੀ? ਨਹੀਂ, ਕੋਈ ਨਹੀਂ। ਮੇਰੇ ਪੁੱਤ ਨੂੰ ਤਾਂ ਇੱਕ ਵੀ ਨਹੀਂ ਸੀ ਗਲਣ ਦਿੰਦੀ ਉਹ। ਯਾਨੀ ਕਿ ਉਹ ਇਕੱਲੀ ਹੀ ਲੜਦੀ ਸੀ? ਹਾਂਜੀ। ਤੇ ਇਹ ਹੁਣ ਤੁਹਾਡੀਆਂ ਪੋਤੀਆਂ ਨਾਲ ਬਹੁਤ ਜ਼ਿਆਦਾ ਜ਼ੁਲਮ ਹੋਇਆ। ਜ਼ਿਆਦਾ ਬੇਟਾ ਜ਼ੁਲਮ ਆ। ਮੇਰੀਆਂ ਪੋਤੀਆਂ ਨੂੰ ਇਨਸਾਫ ਮਿਲਣਾ ਚਾਹੀਦਾ, ਮੇਰੀ ਇਹੀ ਰਿਕੁਐਸਟ ਆ। ਮੈਂ ਬਹੁਤ ਮਜਬੂਰ ਹੋ ਗਿਆ। ਮੇਰੇ ਪੁੱਤ ਦਾ ਘਰ ਵੀ ਗਿਆ, ਉਹਦੀਆਂ ਧੀਆਂ ਵੀ ਗਈਆਂ, ਮੇਰਾ ਪੁੱਤ ਬਰਬਾਦ ਹੋ ਗਿਆ। ਮੈਨੂੰ ਇਨਸਾਫ ਚਾਹੀਦਾ ਮੇਰੀਆਂ ਬੱਚੀਆਂ ਨੂੰ। ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ। ਹੋਰ ਮੇਰੀ ਕੋਈ ਰਿਕੁਐਸਟ ਨਹੀਂ, ਇਹੀ ਉਹਨੂੰ ਫਾਂਸੀ ਹੋਣੀ ਚਾਹੀਦੀ ਆ। ਤੁਹਾਨੂੰ ਇਹਨਾਂ 9-10 ਸਾਲਾਂ 'ਚ ਕਦੀ ਲੱਗਿਆ ਕਿ ਉਹਦੀ ਜ਼ਹਿਨੀ ਹਾਲਤ ਠੀਕ ਨਹੀਂ ਹੈ, ਉਹ ਦਿਮਾਗੀ ਤੌਰ ਤੇ ਸਹੀ ਨਹੀਂ ਹੈ? ਸਭ ਕੁਝ ਖਾਂਦੀ ਸੀ, ਪੀਂਦੀ ਸੀ। 2 ਕਿਲੋ ਦੁੱਧ ਆਉਂਦਾ ਸੀ, ਕਾੜ ਕੇ ਮਲਾਈ ਲਾ ਕੇ ਖਾ ਲੈਣੀ ਆ। ਇੰਨਾ ਕੁ ਦੁੱਧ ਪਾ ਕੇ ਮੇਰੇ ਪੁੱਤ ਨੂੰ 1 ਕੱਪ ਚਾਹ ਤਾਂ ਦਿੰਦੀ ਸੀ। ਦਿਹਾੜੀ ਤੇ ਜਾਂਦਾ ਸੀ, ਸਵੇਰ ਨੂੰ ਨਾਸ਼ਤਾ ਕਰ ਜਾਣਾ, ਨਾਲ ਰੋਟੀ ਨਹੀਂ ਸੀ ਦਿੰਦੀ ਪਕਾ ਕੇ। ਪੱਖਾ ਹੀ ਮੇਰਾ ਬੇਟਾ ਜਾਂਦਾ ਸੀ, ਆ ਕੇ ਪਕਾ ਕੇ ਖਾਂਦਾ ਸੀ। ਜੇ ਪੇਕਿਆਂ ਨੂੰ ਦੱਸਦੇ ਸੀ, ਉਹਨਾਂ ਨੇ ਸਾਡੀ ਇੱਕ ਗੱਲ ਨਹੀਂ ਸੀ। ਤੁਸੀਂ ਪੁੱਤਰ ਨੂੰ ਸਮਝਾਇਆ ਨਹੀਂ ਕਿ ਇਹਨੂੰ ਕਿਉਂ ਰੱਖਿਆ ਹੈ ਜਦੋਂ ਤੇਰਾ ਖਿਆਲ ਹੀ? ਧੀਆਂ ਰੁਲ ਜਾਣਗੀਆਂ। ਆਪ ਆ ਕੇ ਇਸ ਵੇਲੇ ਰੋਟੀ ਪਕਾਉਂਦਾ ਸੀ, ਉਹ ਦੂਰ ਤੋਂ ਲਾਉਂਦਾ ਸੀ, ਸਾਲਣ ਬਣਾ ਕੇ ਫਿਰ ਬੱਚਿਆਂ ਨੂੰ ਰੋਟੀ ਦਿੰਦਾ ਸੀ, ਨਾਲੇ ਉਹਨੂੰ ਦਿੰਦਾ। ਰੋਟੀ ਵੀ ਯਾਨੀ ਕਿ ਆਪ ਪਕਾਉਂਦਾ? ਜੀ ਬਿਲਕੁਲ। ਸਾਰਾ ਦਿਨ ਮਜ਼ਦੂਰੀ ਕਰਨੀ, ਸ਼ਾਮ ਨੂੰ ਆ ਕੇ ਰੋਟੀ ਆ ਕੇ ਖਾਣਾ ਆਪ ਪਕਾਉਂਦਾ ਸੀ ਮੇਰਾ ਬੇਟਾ। ਉਹਨਾਂ ਦੇ ਮੋਰੇ ਹੱਥ ਵੀ ਬੰਨੇ ਸੀ ਵੀ ਇਹਨੂੰ ਤੁਸੀਂ ਆਪਣੇ ਘਰ ਲੈ ਜਾਓ, ਸਾਡੀ ਜਾਨ ਛੱਡੋ। ਉਹਨਾਂ ਨੇ ਕਿਹਾ ਸੀ ਨਹੀਂ, ਆਪ ਤੁਹਾਡਾ ਘਰ ਦਾ ਮਾਮਲਾ ਸੀ, ਵਿਆਹ ਤੇ ਤੁਸੀਂ ਜਾਣਾ, ਇਹ ਜਾਣੇ। ਹੁਣ ਵੀ ਅੱਜ ਤੋਂ 1 ਮਹੀਨਾ ਪਹਿਲਾਂ ਮੁੰਡਾ ਛੱਡਣ ਗਿਆ ਸੀ, ਉਹਨਾਂ ਨੇ ਘਰੋਂ ਕੱਢ ਦਿੱਤੀ ਕਿ ਲੈ ਜਾ। ਮੇਰੀਆਂ ਪੋਤੀਆਂ ਦੇ ਸੱਚ ਪੁੱਛੇ ਤਾਂ ਉਹਦੇ ਭਰਾ ਕਾਤਲ ਆ। ਉਹਨਾਂ ਨੇ ਕੰਧਾਂ ਵਿਚਾਲੇ ਕਰਾ ਕੇ, ਜੁਦੀ ਕਰਾ ਕੇ ਫਿਰ ਭੇਜੀ ਸੀ। ਉਹਦੇ ਪੇਕੇ ਕਾਤਲ ਆ ਮੇਰੀਆਂ ਪੋਤੀਆਂ ਦੇ। ਉਹਨਾਂ ਨੇ ਕਹਿ ਕੇ ਕਾਤਲ ਕਰਾਇਆ ਮੇਰੀਆਂ ਪੋਤੀਆਂ ਦਾ।